ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਨੂੰ ਮਿਲੀ ਧਮਕੀ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਇਹਨਾਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹੈ। ਦੱਸਦੀ ਹੈ ਕਿ ਜਥੇਦਾਰ ਰਣਜੀਤ ਸਿੰਘ ਲੁਧਿਆਣਾ ਦੇ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਹਿੱਸਾ ਲੈਣ ਪਹੁੰਚੇ ਸਨ, ਜਿੱਥੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਗਈ। ਜ਼ਿਕਰਯੋਗ ਹੈ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਨੂੰ ਧਮਕੀ ਭਰਿਆ ਪੱਤਰ ਲਿਖਿਆ ਗਿਆ ਹੈ, ਜਿਸ ਦੇ ਵਿੱਚ ਧਮਕੀ ਦੇਣ ਵਾਲੇ ਨੇ 50 ਕਰੋੜ ਰੁਪਏ ਦੀ ਫਰੌਤੀ ਦੀ ਵੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਬਿਹਾਰ ਦੇ ਡੀਜੀਪੀ ਨੂੰ ਵੀ ਮਾਮਲੇ ਦੇ ਵਿੱਚ ਦਖਲ ਦੇ ਕੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੋ ਬੇਅਦਬੀ ਕਰੇਗਾ ਅਤੇ ਸਿੱਖ ਗੁਰੂਆਂ ਦੇ ਖਿਲਾਫ ਬੋਲੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਖਿਆਲ ਜਿਉਂ ਗੁਰੂ ਨਾਨਕ ਦੇਵ ਜੀ ਦੇ ਚਰਨ ਇਸ ਸੰਸਾਰ 'ਤੇ ਪਏ ਨੇ, 550 ਸਾਲ ਤੋਂ ਜ਼ਿਆਦਾ ਸਮੇਂ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਹੈ ਕਿ ਰੂਹਾਨੀਅਤ ਦੇ ਮਰਕਜ਼, ਮਨੁੱਖੀ ਸੇਵਾ ਅਤੇ ਸਨਮਾਨ ਦੇ ਮਰਕਜ਼ ਔਰ ਸਿੱਖ ਜਗਤ ਦੇ ਸਿਰਮੌਰ ਤਖਤਾਂ 'ਚੋਂ ਦੂਸਰੇ ਨੰਬਰ ਦੇ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਾਂ ਕਿਸੇ ਵੀ ਗੁਰਦੁਆਰੇ ਤੋਂ ਕਿਸੇ ਨੇ ਫਿਰੌਤੀ ਮੰਗੀ ਹੋ, ਜਿਹਨੂੰ ਬਿਹਾਰ ਦੀ ਭਾਸ਼ਾ 'ਚ ਕਹਿੰਦੇ ਰੰਗਦਾਰੀ। ਅਤੇ ਗੁਰਦੁਆਰਾ ਸਾਹਿਬ ਬਾਲ ਲੀਲਾ ਇੱਕ ਬਹੁਤ ਸ਼ਾਈਨਿੰਗ ਸਥਾਨ ਹੈ ਸਿੱਖ ਜਗਤ ਦਾ। ਸਿੱਖ ਇਤਿਹਾਸ ਨਾਲ ਬਹੁਤ ਗਹਿਰਾ ਸੰਬੰਧ ਹੈ। ਇਹ ਸਭ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਨਮ ਦੇਣ ਵਾਲੇ ਮਾਤਾ ਗੁਜਰੀ ਜੀ ਹਨ, ਪਰ ਇਹ ਘੱਟ ਲੋਕਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ 2 ਮਾਵਾਂ ਸਨ। ਇੱਕ ਜਿਨ੍ਹਾਂ ਨੇ ਜਨਮ ਦਿੱਤਾ ਔਰ ਦੂਜੇ ਜਿਹੜੇ ਜਿਨ੍ਹਾਂ ਦੀ ਗੋਦ 'ਚ ਬੈਠ ਕੇ ਉਹਨਾਂ ਨੂੰ ਮਾਂ ਦਾ ਸਨਮਾਨ ਦਿੱਤਾ। ਮਾਤਾ ਬਿਸੰਬਰੀ ਦੇਵੀ, ਜਿਨ੍ਹਾਂ ਨੂੰ ਰਾਣੀ ਮੈਣੀ ਕਹਿੰਦੇ ਨੇ, ਉਹ ਸਥਾਨ ਦਾ ਨਾਮ ਬਾਲ ਲੀਲਾ ਹੈ। ਸਾਰੇ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਕੇ ਠਹਿਰਦੀਆਂ ਨੇ, ਯਾਤਰਾ ਕਰਦੀਆਂ ਨੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਕਾਲ ਨੂੰ ਅਨੁਭਵ ਕਰਦੀਆਂ। ਜਿੱਥੇ ਕਦੀ ਪੀਰ ਭੀਖਨ ਸ਼ਾਹ ਨੇ ਸਜਦਾ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਖੁਦਾ, ਅਤੇ ਪੰਡਿਤ ਸ਼ਿਵਦੱਤ ਜੀ ਨੇ ਉਹਨਾਂ ਨੂੰ ਆਪਣਾ ਰਾਮ ਕਹਿ ਕੇ ਸਨਮਾਨ ਭੇਟ ਕੀਤਾ, ਅੱਜ ਉੱਥੇ ਹੀ ਸਿੱਖ ਜਗਤ ਦੇ ਮਹਾਨ ਦੂਜੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਕਿਸੇ ਮਨੁੱਖ ਨੇ ਬਾਕਾਇਦਾ ਰਜਿਸਟਰਡ ਲੈਟਰ ਲਿਖ ਕੇ ਆਪਣੇ ਫ਼ੋਨ ਨੰਬਰ ਪਾ ਕੇ, ਐਡਰੈਸ ਪਾ ਕੇ ਅਤੇ ਹਿਮਾਕਤ ਕੀਤੀ ਕਿ 1 ਮਹੀਨੇ ਵਿੱਚ 50 ਕਰੋੜ ਰੁਪਇਆ ਫਰੌਤੀ ਦੇਣ ਲਈ ਆਖਿਆ ਗਿਆ, ਨਹੀਂ ਤਾਂ ਪ੍ਰਬੰਧਕਾਂ ਦੀ ਜਾਨ ਖਤਮ ਹੋ ਜਾਏਗੀ, ਭਾਵ ਉਹਨਾਂ ਨੂੰ ਮਾਰ ਦਿੱਤਾ ਜਾਏਗਾ। ਸਾਰੇ ਸਿੱਖ ਜਗਤ ਵਿੱਚ ਅਤੇ ਸਾਰੇ ਹੀ ਸੰਸਾਰ ਵਿੱਚ ਇਸ ਗੱਲ ਨੂੰ ਬੜੇ ਨਿੰਦਣਯੋਗ ਢੰਗ ਨਾਲ ਦੇਖਿਆ ਜਾ ਰਿਹਾ ਔਰ ਬਿਹਾਰ ਪ੍ਰਸ਼ਾਸਨ ਨੂੰ ਅਸੀਂ ਸੂਚਿਤ ਕੀਤਾ, ਪੁਲਿਸ ਨੂੰ ਔਰ ਹਾਈ ਰੈਂਕਸ ਨੂੰ ਸਾਰਿਆਂ ਨੂੰ, ਔਰ ਮਾਨਯੋਗ ਨੀਤੀਸ਼ ਕੁਮਾਰ ਜੀ CM ਬਿਹਾਰ, ਉਹਨਾਂ ਨੂੰ ਵੀ ਅਸੀਂ ਸੂਚਿਤ ਕੀਤਾ। ਸਾਰੇ ਪ੍ਰਬੰਧ ਨੇ ਸਰਦਾਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਅਤੇ ਸਾਰੇ ਪ੍ਰਬੰਧਕਾਂ ਨੇ ਮਿਲ ਕੇ, ਹੁਣ ਵੀ ਮੀਟਿੰਗਾਂ ਇਸ ਵੇਲੇ ਵੀ ਚੱਲ ਰਹੀਆਂ ਨੇ। ਇਸ ਦੇਸ਼ ਦੇ ਰਾਸ਼ਟਰਪਤੀ, ਦੇਸ਼ ਦੇ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ, ਸਾਰਿਆਂ ਨੂੰ ਇਹ ਲਿਖਿਆ ਜਾਏਗਾ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇੱਕ ਬਹੁਤ ਵੱਡਾ ਸਨਮਾਨਿਤ 5 ਤਖਤਾਂ 'ਚੋਂ, ਜੋ ਸਿਰਮੌਰ 5 ਤਖਤ ਨੇ, ਉਹਨਾਂ 'ਚੋਂ ਦੂਸਰਾ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਅਦ ਤਖਤ ਪਟਨਾ ਸਾਹਿਬ, ਜੋ ਸਾਰੇ ਸਿੱਖ ਜਗਤ ਦੀ ਅਤੇ ਸਾਰੀ ਮਨੁੱਖਤਾ ਦੇ ਆਸਥਾ ਦਾ ਮਰਕਜ਼ ਹੈ। ਐਸੇ ਮਹਾਨ ਅਸਥਾਨ ਬਾਰੇ ਇਸ ਤਰ੍ਹਾਂ ਦੀ ਭਾਵਨਾ ਰੱਖਣਾ ਜਾਂ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ
ये बहुत निंदनीय है और ना काबिल बर्दाश्त है। बाकी असी खुला चैलेंज भी करते हैं कि जिसने आना होवे तोपां लैके आ जाए, टैंक लैके आ जाए। साडे शरीर विच जिन्ना चिर प्राण ने या असी उस हमलावर नूं जिन्ना चिर प्राणहीन नहीं कर देवांगे, असी तखत श्री हरमंदर जी पटना साहिब के दरवाजे वाल भी माड़ी नज़र नाल नहीं वेखण देवांगे। असी हद तो ज़्यादा निर्माण आ, हद तो ज़्यादा हलेमी रखते हैं, पर जब साडे तखत साहिबान साडे गुरु अस्थानां बारे कोई इस तरह की सोच रखेगा तो फिर सतगुरु ने सानू श्री साहब ही बख्शी है। असी किसी दे वैरी नहीं हैं, ना को बैरी नहीं बेगाना, सगल संग हमको बने आई। जिन्हें 50 करोड़ लैण वास्ते आना है अपने बोरे नाल लैके आवे तो एक बोरा खाली भी नाल लैके आवे जिहदे च अपना सिर लैके जाना। इसलिए कोई खाला जी का वाड़ा नहीं भी जिहड़ा मर्जी बंदा आके तो गुरु घरां दी बेअदबी कर जाएगा। असी बेअदबी लिए अपने प्राण दे भी सकते हैं तो जे कोई गुरु साहब की बेअदबी करना चाहेगा तो उसकी राखी वास्ते जे लोड़ पए तो असी प्राण लै भी सकते हैं। इसलिए जिन्हें आना है पूरी तैयारी नाल आवे तो आके तो सामने गल करे। ये नहीं भी चिट्ठियां लिख के पा दित्तियां ते गल्लां कर दित्तियां तो इस नाल ना सिख जगत कदी भयभीत होया तो ना कदी हो सकता। सिंपल प्रधान जी के प्रबंध करें। हाँ जी, शिकायत की पुलिस को। हाँ जी, सिक्योरिटी वगैरह मिली उत्थे की है? सिक्योरिटी तो उत्थे ऑलरेडी पहला हैगी है। नहीं ओके, आप ही धमकी नूं देखदे होए? धमकी नूं देखदे होए मैं तो महाराज जी का 400 साला मनाउण लई इत्थे पंजाब च आया सी। मंजी साहब समागम सन। एक दो दिनों च मैं पटना साहब पहुँचांगा, फिर सारा जाके मुआयना करांगे। मेरी जिहड़ी परसनल सिक्योरिटी है मैं कई बारी पंजाब सरकार नूं, DGP नूं और अपने इत्थों दे कमिश्नर पुलिस लुधियाना नूं लिखिया हैगा। वो फॉर्मैलिटी जी करके आउंदे ने, लिख के कुछ लै जांदे ने, फिर चले जांदे ने। फिर कोई मैं इन्हां नूं कई बारी कहा कि तुसीं जदों मैं पंजाब च आउणा उदों तुहाडा फर्ज बनदा है कि तुसीं सिक्योरिटी प्रोवाइड कराओ। बाकी सारे तखत साहब के जथेदारां दी सारिਆਂ ਦੀ सिक्योरिटी हैगी है, सब नूं पता हैगा। तो ਉਹਦਾ ਜਾਂ तो कोई किसी हादसे ਨੂੰ उड़ीक रहे हैं, कोई हमला करे उसनूं उड़ीक रहे हैं, तो या पता नहीं इन्हां दी की नीति है, की इन्हां दी पॉलिसी है, किस करके ये अजे मैनूं सिक्योरिटी प्रोवाइड नहीं करा रहे। बाकी गुरु की सिक्योरिटी नाल है ही है उस ते इस करके। हाँ, कुछ आए सी पुलिसकर्मी घर आए सी, फिर आके वो लिख लिखा के फिर चले गए वापस, फिर दोबारे आए नहीं। तो उस लिए ये हुण इन्हां दी मर्जी है भी इन्होंने सिक्योरिटी देनी है कि नहीं देनी। इस दिन तक उत्थे दे जिहड़े उच्च अधिकारी ने उन्हां वल्लों कोई संपर्क साध के कोई गलबात हुई है, कुछ बरीकी तक पहुँचे ने? हाँ जी, वो अपना प्रशासन काम कर रहा है, वो सारी छानबीन कर रहा है। जिस बंदे दे लैटर ते नंबर ने फोन नंबर वो पता लग्या भी वो DM ऑफिस विच उत्थे पटना DM ऑफिस विच वो काम करता है। तो उस नाल जिहड़ी गलबात हुई है वो कहंदा भी मैनूं तो पता भी नहीं है कि नंबर किने दिते, फर्जी नंबर है ये फर्जी नंबर। तो इस वास्ते मैं अपील करांगा बिहार सरकार नूं भी, केंद्र सरकार नूं भी कि तुसीं गहराई नाल इहदी छानबीन करो। तो ऐसा ना होवे कि कोई खून खराबा होवे या कोई अस्थान की तखत साहब की कोई बेहुरमती होवे। और ये आस्था का मरकज़ है, मनुखता की सेवा का मरकज़ है, मनुखता के सन्मान का मरकज़ है। तो बाकी जोड़े CM ने बिहार के वो तो बहुत ज़्यादा तखत साहब का सन्मान करते हैं, गुरु गोबिंद सिंह महाराज जी का सन्मान करते हैं। हर समागम में काफ़ी वड्डे पद्धर पर सेवा करते हैं और आके शमूलीयत करते हैं। तो इसलिए मैं आसवंद हाँ कि इस धमकी देने वाले की गहराई नाल छानबीन होगी, ये पिछे रूट्स की ने वो सारा पता लगेगा। गल्लां तो कई तरह दी सामने आ रही ने, कोई कह रहा है कि विचों लोग मिले हुए हैं, अगे भी एक बारी ये हुण ये तो छानबीन का सबजैक्ट हैगा।
ਉਹਦੇ ਬਾਅਦ ਸਾਰਾ ਪਤਾ ਲੱਗੇਗਾ ਵੀ ਜੇ ਕੋਈ ਮਿਲਿਆ ਹੋਇਆ ਤਾਂ ਉਹ ਬਖਸ਼ਿਆ ਉਹ ਵੀ ਨਹੀਂ ਜਾਏਗਾ। ਕਿਸੇ ਕੇਂਦਰੀ ਏਜੰਸੀ ਨੇ ਤੁਹਾਨੂੰ ਸੰਪਰਕ ਕੀਤਾ ਹੈ ਫਿਲਹਾਲ ਹਾਲ ਤੱਕ? ਕੇਂਦਰੀ ਏਜੰਸੀ ਦਾ ਅਜੇ ਤੱਕ ਮੇਰੇ ਨਾਲ ਕੋਈ ਸੰਪਰਕ ਨਹੀਂ ਹੋਇਆ। ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵਜ੍ਹਾ ਨਾਲ, ਦੇਸ਼ ਦਾ ਮਾਹੌਲ ਖਰਾਬ ਕਰਨ ਨੂੰ ਲੈ ਕੇ? ਉਹ ਤਾਂ ਦੇਖੋ ਜੀ, ਜੇ ਕੋਈ ਅੱਗ ਜਲਾਵੇਗਾ ਤਾਂ ਧੂੰਆਂ ਤਾਂ ਨਿਕਲੇਗਾ ਹੀ। ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਜਿਹੜੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਉਹ ਉਹਨਾਂ ਦਾ ਤੈਸ ਵਿੱਚ ਆਉਣਾ ਕੁਦਰਤੀ ਹੈ। ਉਹਨਾਂ ਨੂੰ ਵੀ ਮੈਂ ਅਪੀਲ ਕਰਾਂਗਾ ਕਿ ਤੁਸੀਂ ਕੋਈ ਤੈਸ ਵਿੱਚ ਨਾ ਆਵੇ ਅਤੇ ਨਾ ਕੋਈ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੋਵੇ। ਬਾਕੀ ਸਿੱਖ ਜਿਹੜਾ ਹੈ ਉਹ ਆਪਣੇ ਗੁਰੂ ਅਸਥਾਨਾਂ ਦੀ ਰਾਖੀ ਕਰਨ ਦੇ ਸਮਰੱਥ ਹੈ। ਕੋਈ ਇਸ ਤਰ੍ਹਾਂ ਨਹੀਂ ਵੀ ਜਿਹੜਾ ਮਰਜ਼ੀ ਆ ਕੇ ਤੇ ਬੇਅਦਬੀ ਕਰ ਜਾਏ। ਤੇ ਤਖਤ ਸਾਹਿਬ ਦੀ ਇਮਾਰਤ ਨੂੰ ਉਡਾ ਦੇਵਾਂਗੇ, ਬਾਲ ਲੀਲਾ ਦੀ ਇਮਾਰਤ ਨੂੰ ਉਡਾ ਦੀ ਗੱਲ ਕੀਤੀ ਹੈ। ਹਾਂਜੀ ਬਿਲਕੁਲ। ਜਿਹੜਾ ਤੁਸੀਂ ਬੰਦਾ ਕਹਿ ਰਹੇ ਹੋ ਕਿ ਡੀਐਮ ਆਫਿਸ 'ਚ ਲੱਗਾ ਹੈ, ਹਾਂਜੀ ਜਿਹੜੇ ਫੋਨ ਨੰਬਰ ਲਿਖੇ ਹੈ ਹਾਂਜੀ। ਉਹਨਾਂ ਦਾ ਫੋਨ ਨੰਬਰ ਵੀ ਉਹਦਾ ਚੱਲਦਾ ਹੈ? ਹਾਂ ਚੱਲਦਾ ਫੋਨ। ਇਹਨਾਂ ਦਾ ਫੋਨ ਨੰਬਰ ਉਹਦਾ ਬੰਦੇ ਦਾ ਹੈਗਾ ਵਾ? ਹਾਂ ਹਾਂ ਫੋਨ ਹੈਗਾ, ਫੋਨ ਹੈਗਾ, ਚੱਲਦਾ ਵੀ ਹੈ। ਉਹਦੇ ਨਾਲ ਕਿਸੇ ਬੰਦੇ ਨੇ ਸਾਡੇ ਨਾਲ ਗੱਲ ਵੀ ਕੀਤੀ ਹੈ। ਉਹਨੇ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਮੇਰੇ ਨੰਬਰ ਕਿੱਥੋਂ ਲਏ ਨੇ ਤੇ ਕਿੰਨੇ ਨੰਬਰ। ਪੁਲਿਸ ਨੇ ਰਾਸਤੇ 'ਚ ਲਿਆ ਉਹਦੇ? ਹਾਂਜੀ ਪੁਲਿਸ ਨੇ ਰਾਸਤੇ 'ਚ ਲਿਆ ਉਹਦੇ? ਅਜੇ ਇਸ ਬਾਰੇ ਮੈਨੂੰ ਨਹੀਂ ਅਜੇ ਪਤਾ ਵੀ ਲਿਆ ਕਿ ਨਹੀਂ ਲਿਆ, ਤੇ ਲੈਣਾ ਚਾਹੀਦਾ। ਰਾਸਤੇ 'ਚ ਲੈਣਾ ਚਾਹੀਦਾ ਉਹਨਾਂ ਨੂੰ? ਬਿਲਕੁਲ ਲੈਣਾ ਚਾਹੀਦਾ। ਕੋਈ ਨਾ ਕੋਈ ਲਿੰਕ ਤਾਂ ਜੁੜਦਾ ਹੀ ਹੋਏਗਾ। ਜੇ ਕਿਸੇ ਦੇ ਨੰਬਰ ਦਿੱਤੇ ਨੇ ਤਾਂ ਜ਼ਰੂਰੀ ਹੈ ਕੋਈ ਨਿਕਟਵਰਤੀ ਹੋਏਗਾ ਜਾਂ ਪਤਾ ਲੱਗ ਜਾਏ। ਐਸਜੀਪੀਸੀ ਨਾਲ ਕੋਈ ਗੱਲਬਾਤ ਹੋਈ? ਹਾਂਜੀ ਐਸਜੀਪੀਸੀ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਇਸ ਚੀਜ਼ ਨੂੰ ਲੈ ਕੇ? ਐਸਜੀਪੀਸੀ ਨਾਲ ਵੀ ਅਸੀਂ ਰਾਬਤਾ ਕਰ ਰਹੇ ਹਾਂ ਔਰ ਅਸੀਂ ਅਕਾਲ ਤਖਤ ਸਾਹਿਬ ਨਾਲ ਵੀ ਰਾਬਤਾ ਕਰ ਰਹੇ ਹਾਂ, ਗੱਲ ਚੱਲ ਰਹੀ ਹੈ। ਔਰ ਬਾਕੀ ਵੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਵੱਡੀਆਂ, ਜਿਵੇਂ ਚੀਫ ਖਾਲਸਾ ਦੀਵਾਨ ਹੈ, ਹਜ਼ੂਰ ਸਾਹਿਬ ਬੋਰਡ ਹੈ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਐਸਜੀਪੀਸੀ ਹੈ, ਸਾਰਿਆਂ ਨਾਲ ਰਾਬਤਾ ਕਰ ਰਹੇ ਹਾਂ ਤਾਂ ਕਿ ਇਹ ਜਿਹੜੀ ਸਮੱਸਿਆ ਹੈਗੀ ਇਹਦਾ ਮਿਲ ਕੇ ਸਾਰੇ ਹੱਲ ਕਰੀਏ। ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਗਤ ਜਾਣ ਲੱਗਿਆਂ ਸੰਕੋਚ ਕਰੇਗੀ ਕਿ ਪਤਾ ਨਹੀਂ ਉੱਥੇ ਕੀ ਹੋ ਜਾਣਾ। ਜਿਹੜਾ ਲੈਟਰ ਆਇਆ ਹੈ ਉਹ ਲੈਂਗੁਏਜ ਕੀ ਸੀਗੀ? ਹਿੰਦੀ, ਪੰਜਾਬੀ, ਕਿਹੜੀ ਲੈਂਗੁਏਜ ਸੀਗੀ? ਇਹਦੇ ਵਿੱਚ ਕੋਈ ਜਿਹੜਾ ਬੰਦਾ ਉੱਥੇ ਹੈ, ਜਿਹੜਾ ਲੈਟਰ ਆਇਆ ਹੈਗਾ ਲੈਟਰ ਹਿੰਦੀ ਵਿੱਚ ਜਿਹੜਾ ਟਾਈਪ ਕੀਤਾ ਜਾਂ ਹੱਥ ਲਿਖਤਾ ਹੈ? ਹੱਥ ਲਿਖਤ ਹੈ। ਹੱਥ ਲਿਖ ਦੀ ਵੈਰੀਫਾਈ ਕਰਾਉਣਾ ਚਾਹੀਦਾ ਵੀ ਕਿੰਨੇ ਲਿਖਿਆ ਹੋਇਆ? ਹਾਂ ਉਹ ਵੈਰੀਫਾਈ ਹੋ ਜਾਏਗਾ। ਉਹ ਵੀ ਪੁਲਿਸ ਦਾ ਮਹਿਕਮਾ ਜਿਹੜਾ ਉਹ ਕਰੇਗਾ। ਕਿੰਨਾ ਟਾਈਮ ਹੋ ਗਿਆ ਇਸ ਚੀਜ਼ ਨੂੰ, ਗਤੀਵਿਧੀ ਨੂੰ ਹੋਏ ਨੇ ਕਿੰਨਾ ਟਾਈਮ ਹੋ ਗਿਆ ਤੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿੰਨਾ ਕੁ? ਪ੍ਰਸ਼ਾਸਨ ਵੱਲੋਂ ਮੇਰੀ ਸਤਿਕਾਰਯੋਗ ਸੀਐਮ ਨੀਤੀਸ਼ ਕੁਮਾਰ ਦੇ ਸਹਾਇਕ ਨਾਲ ਵੀ ਗੱਲ ਹੋਈ ਹੈ। ਉਹਨਾਂ ਨੇ ਕਿਹਾ ਵੀ ਅਸੀਂ ਮਾਮਲੇ ਤਹਿ ਤੱਕ ਜਾ ਰਹੇ ਹਾਂ, ਦੇਖ ਰਹੇ ਹਾਂ ਕਿ ਕੀ ਹੋਇਆ ਤੇ ਕਿਉਂ ਹੋਇਆ, ਨਹੀਂ ਹੋਣਾ ਚਾਹੀਦਾ। ਬਿਹਾਰ ਦੇ ਜਿਹੜੇ ਲੋਕਲ ਕਮਿਊਨਿਟੀ ਹੈ, ਪਟਨਾ ਦੇ ਨਿਵਾਸੀ ਨੇ, ਉਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਤਖਤ ਦਾ ਦਿਲੋਂ ਸਨਮਾਨ ਕਰਦੇ। ਮੈਂ ਕਈ ਵਾਰੀ ਸੋਚਦਾ ਵੀ ਅਸੀਂ ਸਿੱਖ ਵੀ ਸ਼ਾਇਦ ਉਹਨਾਂ ਸਨਮਾਨ ਨਾ ਕਰ ਸਕਦੇ ਹੋਏ ਜਿੰਨਾ ਉੱਥੋਂ ਦੀ ਲੋਕਲ ਕਮਿਊਨਿਟੀ ਜਿਹੜੀ ਹੈ ਉਹਦੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਸਥਾ ਹੈ। ਕਿ ਉਹ ਬਹੁਤ ਵਧੀਆ ਸਾਰਾ ਕੁਝ, ਮੈਂ ਸੋਚਦਾ ਕਿ ਸਾਰਾ ਕੁਝ ਠੀਕ ਹੋਵੇਗਾ। ਬਾਕੀ ਕਾਨੂੰਨ ਦਾ ਕੰਮ ਹੈ, ਉਹ ਆਪਣਾ ਕੰਮ ਕਾਨੂੰਨ ਕਰੇਗਾ। ਅਸੀਂ ਵੀ ਆਪਣੇ ਤੌਰ 'ਤੇ ਮੁਸਤੈਦੀ ਰੱਖਾਂਗੇ ਸਾਰੀ। ਸਾਡੇ ਸੇਵਾਦਾਰ ਨੇ, ਸਟਾਫ ਹੈ, ਅਸੀਂ ਉਹਨਾਂ ਸਾਰਿਆਂ ਨੂੰ, ਮੈਂ ਸਾਰਿਆਂ ਨੂੰ ਆਗਾਹ ਕਰ ਦਿੱਤਾ ਹੈ, ਅਲਰਟ ਕਰ ਦਿੱਤਾ ਹੈ। ਜਿਹੜੇ ਸੁਰੱਖਿਆ ਕਰਮਚਾਰੀ ਤਖਤ ਸਾਹਿਬ ਦੀ ਇਮਾਰਤ ਦੀ ਆਏ ਗਏ ਦੀ ਸੁਰੱਖਿਆ ਲਈ ਤਾਇਨਾਤ ਨੇ, ਉਹਨਾਂ ਨੂੰ ਵੀ ਅਸੀਂ ਸਾਰਿਆਂ ਨੂੰ ਅਲਰਟ ਕਰ ਦਿੱਤਾ ਵੀ ਤੁਸੀਂ ਅਲਰਟ ਰਹੋ। ਇਹ ਕੋਈ ਜ਼ਰੂਰੀ ਨਹੀਂ ਵੀ ਜਿਹਨੇ ਮਹੀਨਾ ਕਿਹਾ ਉਹਨੇ ਮਹੀਨਾ ਹੀ ਲਾਉਣਾ ਹੈ। ਆਖਰ ਉਹਦੇ ਕੋਲ ਕੋਈ ਮਿਜ਼ਾਈਲ, ਕੋਈ ਬੰਬ ਦਾ ਸਮਾਨ, ਕੁਛ ਨਾ ਕੁਛ ਹੋਵੇਗਾ ਬਲਾਸਟ ਕਰਨ ਲਈ। ਜਿਹੜਾ ਮਹੀਨੇ ਤੱਕ ਕਹਿ ਰਿਹਾ, ਹੋ ਸਕਦਾ ਉਹਦੇ ਕੋਲ ਪਿਆ ਹੋਵੇ। ਉਹਦੀ ਛਾਣਬੀਨ ਹੋਣੀ ਚਾਹੀਦੀ, ਉਹਦੀ ਪੜਤਾਲ ਹੋਣੀ ਚਾਹੀਦੀ ਹੈ ਤਾਂ ਕਿ ਐਸਾ ਨਾ ਹੋਵੇ ਕਿ ਅਸੀਂ ਮਹੀਨਾ ਉਡੀਕਦੇ ਰਹੀਏ ਅਤੇ ਉਹ 10 ਦਿਨਾਂ 'ਚ ਜਾਂ 5 ਦਿਨਾਂ 'ਚ ਜਾਂ ਕੱਲ੍ਹ ਨੂੰ ਹੀ ਆ ਕੇ ਅਤੇ ਨੁਕਸਾਨ ਪਹੁੰਚਾ ਦੇਵੇ। ਇਸ ਘਟਨਾ ਨੂੰ ਦੇਖਦੇ ਹੋਏ ਲੱਗਦਾ ਨਹੀਂ ਕਿ ਜੋ ਵੀ ਦੇਸ਼ ਦੇ ਵਿੱਚ ਵੱਡੇ ਗੁਰਦੁਆਰਾ ਸਾਹਿਬ ਨੇ ਉਹਨਾਂ ਸਾਰਿਆਂ ਦੀ ਸਿਕਿਉਰਿਟੀ ਵਧਾ ਦਿੱਤੀ ਜਾਵੇ? ਦੇਖੋ ਜੀ, ਜਿੰਨੇ ਵੀ ਸਾਡੇ ਤਖਤ ਸਾਹਿਬਾਨ ਨੇ ਜਾਂ ਸਾਡੇ ਇਤਿਹਾਸਕ ਗੁਰੂ ਅਸਥਾਨ ਨੇ, ਉਹਨਾਂ ਸਾਰਿਆਂ ਦੀ ਸਿਕਿਉਰਿਟੀ ਸੰਬੰਧਿਤ ਸਰਕਾਰਾਂ ਨੂੰ ਪ੍ਰਾਇਓਰਟੀ 'ਤੇ ਵਧਾਉਣੀ ਚਾਹੀਦੀ ਤਾਂ ਕਿ ਕੋਈ ਗਲਤ ਅਨਸਰ ਕੱਲ੍ਹ ਨੂੰ, ਜੇ ਕਿਤੇ ਪਹਿਲਾਂ ਵੀ ਅਸੀਂ ਸਿਕਿਉਰਿਟੀ ਵਧਾਈ ਹੁੰਦੀ ਤਾਂ ਇਹੋ ਜਿਹੀਆਂ ਗੱਲਾਂ ਦੇਖਣ ਵਿੱਚ ਨਾ ਆਉਂਦੀਆਂ ਜੋ ਕੁਝ ਅਸੀਂ ਇਤਿਹਾਸ ਵਿੱਚ ਦੇਖ ਚੁੱਕੇ ਹਾਂ। ਜੋ ਮਨੁੱਖਤਾ ਦਾ ਕਤਲ ਹੋਏ ਨੇ, ਜੋ ਮਨੁੱਖਤਾ ਦਾ ਖੂਨ ਡੁੱਲਿਆ, ਜੋ ਗੁਰੂ ਅਸਥਾਨਾਂ ਦੀ ਬੇਅਦਬੀ ਹੋਈ ਹੈ, ਜੇ ਪਹਿਲਾਂ ਸਰਕਾਰਾਂ ਅਲਰਟ ਹੁੰਦੀਆਂ ਤਾਂ ਇਹ ਨਾ ਹੁੰਦਾ। ਕਿ ਲੈਟਰ ਮਿਲਿਆ 24 ਘੰਟੇ ਤੋਂ